ਨਮਸਕਾਰ ਜੀ, ਮੈਂ ਹਾਂ ਸੁਖਜਿੰਦਰ ਕੁਮਾਰ ਤੇ ਤੁਸੀਂ ਜੁੜ ਚੁੱਕੇ ਹੋ AMI ਨਿਊਜ਼ ਦੇ ਨਾਲ। ਅੱਜ ਗੱਲ ਕਰਾਂਗੇ ਪੰਜਾਬ ਦੇ ਨਾਲ ਜੁੜੇ ਮੁੱਦਿਆਂ ਦੀ, ਕਿਉਂਕਿ ਪੰਜਾਬ ਇੱਕ ਇਹੋ ਜਿਹਾ ਸੂਬਾ ਹੈ ਜਿਹਦੀ ਸਿਆਸਤ 12 ਮਹੀਨੇ ਐਕਟਿਵ ਰਹਿੰਦੀ ਹੈ ਤੇ ਪੰਜਾਬ ਦੇ ਵਿੱਚ ਜਿਹੜੀਆਂ ਗੱਲਾਂ ਵਾਪਰਦੀਆਂ ਨੇ ਉਹ ਪੂਰੇ ਦੇਸ਼ ਦੇ ਵਿੱਚ ਕਿਤੇ ਨਾ ਕਿਤੇ ਜਾ ਕੇ ਅਸਰ ਕਰਦੀਆਂ ਨੇ ਤੇ ਰਾਜਨੀਤੀ ਦਾ ਮੁੱਦਾ ਬਣਦੀਆਂ ਨੇ। ਅੱਜ ਸਾਡੇ ਨਾਲ ਪ੍ਰਦੇਸ਼ ਕਾਂਗਰਸ ਦੇ ਪ੍ਰਵਕਤਾ ਟੀਨਾ ਚੌਧਰੀ ਮੌਜੂਦ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ, ਪੰਜਾਬ ਦੇ ਹਾਲਾਤਾਂ ਦੀ ਜਿਹੜਾ ਉਹ ਚਾਨਣਾ ਪਾਉਣ ਦੀ ਕੋਸ਼ਿਸ਼ ਕਰਾਂਗੇ। ਮੈਮ, ਸਾਰਿਆਂ ਤੋਂ ਪਹਿਲਾਂ ਵੈਲਕਮ ਹੈ ਤੁਹਾਡਾ AMI ਨਿਊਜ਼। बहुत बहुत शुक्रिया, धन्यवाद विनय जी। मैम, इस वेले ਜਿਹੜਾ ਸਿਆਸਤ ਕਾਫੀ ਭਖੀ ਹੋਈ ਹੈ, ਰਾਜਨੀਤੀ ਕਾਫੀ ਭਖੀ ਹੋਈ ਹੈ ਪੰਜਾਬ ਦੀ ਵਜ੍ਹਾ ਕਿ ਕਈ ਸਾਰੀਆਂ ਗੈਂਗਸਟਰ ਦੀਆਂ ਘਟਨਾਵਾਂ ਹੋ ਰਹੀਆਂ ਨੇ। ਦੂਜੇ ਪਾਸੇ ਜਿਹੜਾ ਆ ਆਮ ਆਦਮੀ ਪਾਰਟੀ ਕਾਂਗਰਸ ਤੇ BJP ਦੇ ਉੱਤੇ ਆਰੋਪ ਲਗਾਉਂਦੀ ਦਿਸ ਰਹੀ ਹੈ ਕਿ ਇਹ ਪ੍ਰੀ ਪਲਾਨ ਕੀਤਾ ਜਾ ਰਿਹਾ, ਸਾਰਾ ਇਹਨਾਂ ਵੱਲੋਂ ਦੇਖ ਸੁਣ ਕੇ ਕੀਤਾ ਜਾ ਰਿਹਾ, ਸਾਰੇ ਜਿਹੜੇ ਇਕੱਠੇ ਹੋ ਕੇ ਆਪ ਨੂੰ ਖੁੰਝੇ ਲਾਉਣ ਦੀ ਕੋਸ਼ਿਸ਼ ਕਰ ਰਹੇ। ਦੇਖੋ, ਅਗਰ ਨੀਅਤਾਂ ਚੰਗੀਆਂ ਹੋਣ ਤਾਂ ਕਹਿ ਲਓ ਕਿ ਜਿੰਨੀਆਂ ਵੀ ਮੁਸ਼ੱਕਤਾਂ ਤੁਹਾਨੂੰ ਗਿਰਾਉਣ ਦੀਆਂ ਜਦੋਂ ਕੋਸ਼ਿਸ਼ਾਂ ਕਰਦੀਆਂ ਤੇ ਤੁਸੀਂ ਉਹਨਾਂ ਤੋਂ ਉਹ ਤੁਹਾਡੇ ਤੇ ਕਦੀ ਹਾਵੀ ਨਹੀਂ ਹੋ ਸਕਦੇ, ਮੈਨੂੰ ਇਹ ਲੱਗਦਾ। ਔਰ ਜਿਹਦੀਆਂ ਨੀਅਤਾਂ ਹੀ ਨਹੀਂ ਸੱਚੀਆਂ ਹੋਣ ਔਰ ਕਿਸੇ ਹੋਰ ਤੇ ਥੋਪਣ ਦੀਆਂ ਜਿਹੜੀਆਂ ਕੋਸ਼ਿਸ਼ਾਂ ਕਰਦੇ ਹੋਣ, ਉਹ ਤਾਂ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਇਸ ਸਰਕਾਰ ਦੀ ਮਨਸ਼ਾ ਕੀ ਹੈਗੀ ਹੈ। ਇਹੀ ਚੀਜ਼ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਦੇਖੀ ਜਾ ਰਹੀ ਹੈ, ਜਿਹੜਾ ਕਿ ਮੈਂ ਬਹੁਤ ਪਹਿਲੇ ਸਮਝ ਚੁੱਕੀ ਸੀਗੀ ਔਰ ਸ਼ਾਇਦ ਪੰਜਾਬ ਦੇ ਵਿੱਚ ਲੋਕੀ ਥੋੜ੍ਹੀ ਦੇਰ ਤੱਕ ਸਮਝਣਗੇ ਇਸ ਚੀਜ਼ ਨੂੰ। ਔਰ ਹਰ ਪਾਸੋਂ ਦੇਖਿਆ ਜਾਏ, ਜਿੰਨੇ ਇਹਨਾਂ ਨੇ ਵਾਅਦੇ ਕੀਤੇ, ਜੋ ਪੰਜਾਬ ਦਾ ਲਾਅ ਐਂਡ ਆਰਡਰ ਦੀ ਜਿਹੜੀ ਸਿਚੁਏਸ਼ਨ ਬਣ ਚੁੱਕੀ ਆ ਅੱਜ ਦੇ ਕੇਸ ਦੇ ਵਿੱਚ, ਮੈਨੂੰ ਲੱਗਦਾ ਹੈ ਕਿ ਹਰ ਪਾਸੋਂ ਨਾਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਔਰ ਬਜਾਏ ਇਹਦੇ ਕਿਸੇ ਕੰਮ ਨੂੰ ਸਕਸੈਸ ਕਰਨਾ ਜਾਂ ਕਿਸੇ ਕੰਮ ਨੂੰ ਲੈ ਕੇ ਫੋਕਸ ਹੋ ਕੇ ਉਹਦਾ ਹੱਲ ਕੱਢਣਾ, ਉਹਦੀ ਬਜਾਏ ਦੂਸਰਿਆਂ 'ਤੇ ਥੋਪਣਾ ਬਹੁਤ ਮਾੜੀ ਗੱਲ ਹੈ। ਮੈਮ, ਪੰਜਾਬ ਕਾਂਗਰਸ ਦੀ ਜੇਕਰ ਗੱਲ ਕਰੀਏ ਤਾਂ ਇਸ ਵੇਲੇ ਕਾਂਗਰਸ ਜਿਹੜੀ ਹੈ ਖੇਰੂ ਹੋਈ ਪਈ ਹੈ। ਚੰਗੇ ਲੀਡਰ, ਵੱਡੇ ਲੀਡਰ ਜਿਹੜੇ ਨੇ ਉਹ BJP 'ਚ ਸ਼ਾਮਲ ਹੋ ਚੁੱਕੇ ਨੇ ਤੇ ਜਿਹੜੇ ਰਹਿ ਗਏ ਨੇ ਉਹਨਾਂ ਉੱਤੇ ਜਿਹੜੇ ਉਹ ਮਾਮਲੇ ਦਰਜ ਹੋ ਰਹੇ ਨੇ, ਕੀ ਕਹੋਗੇ? ਦੇਖੋ, ਜਿਹੜੇ ਵੱਡੇ ਲੀਡਰ ਤੇ ਚਲੋ ਠੀਕ ਹੈ, ਉਹਨਾਂ ਨੇ ਉਹ ਲੋਕ ਸੀਗੇ ਜਿਨ੍ਹਾਂ ਨੂੰ ਪਾਰਟੀ ਨੇ ਇੰਨਾ ਮਾਨ ਸਨਮਾਨ ਦਿੱਤਾ। ਉਹਨਾਂ ਦੀਆਂ ਪਰਿਵਾਰ ਦੇ ਵਿੱਚ ਅਗਰ ਗੱਲ ਕਰੀਏ ਤੇ ਪੁਸ਼ਤਾਂ ਤੱਕ ਉਸ ਪਾਰਟੀ ਨੇ ਇੰਨਾ ਅੱਗੇ ਤੱਕ ਉਹਨਾਂ ਨੂੰ ਲਿਆ ਕੇ ਲੋਕਾਂ ਦੇ ਵਿੱਚ ਵਿਚਾਰਿਆ। ਔਰ ਸ਼ਾਇਦ ਇਕੱਲਾ ਇੱਕ ਵਰਕਰ ਜਾਂ ਇਕੱਲਾ ਬੰਦਾ ਹੀ ਵੱਡਾ ਨਹੀਂ ਹੁੰਦਾ, ਪਾਰਟੀ ਦੇ ਨਾਲ ਹੀ ਸਭ ਦੀ ਜਿਹੜੀ ਹੈਗੀ ਹੈ ਇੱਕ ਪ੍ਰੋਪਰ ਢੰਗ ਦੇ ਨਾਲ ਇੱਕ ਪੋਜੀਸ਼ਨ ਬਣ ਪਾਉਂਦੀ ਹੈ ਲੋਕਾਂ ਦੇ ਵਿੱਚ। ਔਰ ਚਾਹੇ ਉਹਨਾਂ ਨੇ ਪਾਰਟੀ ਨੂੰ ਅੱਜ ਛੱਡ ਦਿੱਤਾ, ਬਟ ਇਹਦੇ ਵਿੱਚ ਮੈਂ ਮੰਨਾਂਗੀ ਕਿ ਪਾਰਟੀ ਦੀ ਵਰਕਰ ਦੀ ਜਿਹੜੀ ਇੱਕ ਲੀਡਰ ਦੀ ਜਿਹੜੀ ਇੰਟੈਗਰਿਟੀ ਹੁੰਦੀ ਹੈ ਨਾ, ਉਹ ਸ਼ੋਅ ਹੁੰਦੀ ਹੈ ਕਿ ਤੁਸੀਂ ਲੋਕਾਂ ਲਈ ਕਿੰਨੇ ਲੋਇਲ ਸਾਬਿਤ ਹੋਗੇ ਕਿ ਇੰਨਾ ਕੁਝ ਮਿਲਣ ਦੇ ਬਾਵਜੂਦ ਵੀ ਅੱਜ ਤੁਸੀਂ ਉਸ ਪਾਰਟੀ ਨੂੰ ਛੱਡ ਕੇ ਕੁਝ ਹੋਰ ਦਾ ਪੱਲੜਾ ਫੜ ਰਹੇ ਹੋ। ਸੋ ਮੇਰੇ ਖਿਆਲ ਦੇ ਵਿੱਚ ਇਹ ਇੱਕ ਬੈਡ ਸਾਈਨ ਜਾਂਦਾ ਹੈ, ਜਿਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਜਦੋਂ ਤੁਹਾਨੂੰ MLA ਵੀ ਬਣੇ, MP ਵੀ ਬਣੇ, ਬੜਾ ਕੁਝ ਤੁਹਾਨੂੰ ਪਾਰਟੀ ਨੇ ਮਾਨ ਸਨਮਾਨ ਦਿੱਤਾ, ਫਿਰ ਵੀ ਤੁਸੀਂ ਇੱਦਾਂ ਦੀ ਹਰਕਤਾਂ ਕਰਦੇ ਹੋ। ਸੋ ਮੈਨੂੰ ਨਹੀਂ ਲੱਗਦਾ ਕਿ ਲੋਕੀ ਇਸ ਚੀਜ਼ਾਂ ਨੂੰ ਇਹਨਾਂ ਚੀਜ਼ਾਂ ਦੇ ਉੱਤੇ ਲੋਕਾਂ ਦਾ ਕੋਈ ਇੰਪੈਕਟ ਪਏਗਾ ਲੋਕਾਂ ਦੇ ਉੱਪਰ। ਔਰ ਚਾਹੇ ਉਹ ਲੀਡਰ ਸੀਗੇ, ਨੋ ਡਾਊਟ ਨੁਕਸਾਨ ਜ਼ਰੂਰ ਹੁੰਦਾ ਪਾਰਟੀ ਨੂੰ, ਬਟ ਮੇਰੇ ਖਿਆਲ 'ਚ ਜਦੋਂ ਇੱਕ ਲੀਡਰ ਛੱਡ ਕੇ ਜਾਂਦਾ ਨਾ, ਉਹਦੀ ਜਗ੍ਹਾ 10 ਹੋਰ ਲੀਡਰ ਜਿਹੜੇ ਹੈਗੇ ਉਹਨਾਂ ਦੀ ਜਗ੍ਹਾ 'ਤੇ ਕੰਮ ਕਰਨ ਲਈ ਤਿਆਰ ਹੁੰਦੇ ਨੇ, ਕਿਉਂਕਿ ਉਹ ਐਸੀਆਂ ਜਗ੍ਹਾ 'ਤੇ ਬੈਠੇ ਹੁੰਦੇ ਨੇ ਜਿਹੜਾ ਵਰਕਰ ਜਿਹੜਾ ਹੈ ਉਹ ਦੇਖਦਾ ਰਹਿੰਦਾ, ਨਾ ਤਾਂ ਇਹ ਸਾਡੀ ਗੱਲ ਸੁਣ ਪਾ ਰਿਹਾ, ਨਾ ਤਾਂ ਆਪਣੀ ਗੱਲਾਂ ਨੂੰ ਇੰਪਲੀਮੈਂਟ ਕਰ ਪਾ ਰਿਹਾ। ਔਰ ਜੇ ਕੋਈ ਕਰਨਾ ਵੀ ਚਾਹੁੰਦਾ ਉਹਦੀ ਜਗ੍ਹਾ 'ਤੇ ਕੰਮ, ਤੇ ਕੋਈ ਲੀਡਰ ਜਿਹੜਾ ਹੋਰ ਲੀਡਰ ਅੱਗੇ ਆ ਕੇ ਕੋਈ ਕੰਮ ਨਹੀਂ ਕਰ ਪਾਉਂਦਾ। ਸੋ ਇਹ ਪੋਜ਼ੀਟਿਵ ਪ੍ਰੋਜ਼ ਐਂਡ ਕੌਨਸ ਦੋਨੋਂ ਪਾਸੇ ਹੀ ਨੇ। ਸੋ ਕਾਂਗਰਸ ਦੇ ਵਿੱਚ ਅਗਰ ਇੱਦਾਂ ਦੀ ਕੋਈ ਸਿਚੁਏਸ਼ਨ ਬਣ ਵੀ ਰਹੀ ਹੈ, ਸਭ ਤੋਂ ਵੱਡੀ ਜਿਹੜੀ ਕਾਰਨ ਰਿਹਾ ਹੈਗਾ ਕੈਪਟਨ ਅਮਰਿੰਦਰ ਜੀ ਦਾ, ਜੋ ਉਹਨਾਂ ਨੇ ਪਾਰਟੀ ਨੂੰ ਜਿਸ ਕਦਰ ਇੱਥੇ ਤੱਕ ਪਹੁੰਚਾਇਆ, ਉਹ ਬਹੁਤ ਵੱਡਾ ਉਹਨਾਂ ਦਾ ਇੱਕ ਰੀਜ਼ਨ ਮੰਨਿਆ ਜਾ ਸਕਦਾ ਹੈ। ਔਰ ਅੱਜ ਉਹ BJP 'ਚ ਸ਼ਾਮਲ ਹੋ ਚੁੱਕੇ ਨੇ ਔਰ ਦੂਸਰਿਆਂ 'ਤੇ ਆਰੋਪ ਲਗਾ ਰਹੇ ਨੇ ਕਿ ਉਸ MLA ਜਾਂ ਇੰਨੇ MLAs ਇਹਨਾਂ ਚੀਜ਼ਾਂ ਦੇ ਵਿੱਚ ਇਨਵੋਲਵ ਸੀਗੇ। ਅਤੇ ਸਭ ਤੋਂ ਵੱਡਾ ਕੁਐਸਚਨ ਤਾਂ ਉਹਨਾਂ ਦੇ ਅਰਾਈਜ਼ ਹੁੰਦਾ ਕਿ ਤੁਸੀਂ ਕਾਂਗਰਸ 'ਚ ਰਹਿ ਕੇ ਵੀ ਅਗਰ ਤੁਹਾਨੂੰ ਲੱਗਦਾ ਸੀਗਾ ਕਿ ਕੁਛ ਪਾਰਟੀ ਦੇ ਲੀਡਰਾਂ ਨੇ ਕੁਛ ਇੱਦਾਂ ਦੀਆਂ ਹਰਕਤਾਂ ਕੀਤੀਆਂ ਜਿਹੜੀਆਂ ਲਾਅ ਐਂਡ ਆਰਡਰ ਜਾਂ ਕੌਂਸਟੀਟਿਊਸ਼ਨ ਤੋਂ ਬਾਹਰ ਜਾ ਕੇ ਕੰਮ ਕਰਨ ਵਾਲੀਆਂ ਨੇ, ਤੇ ਤੁਸੀਂ ਉਦੋਂ ਕਿਉਂ ਨਹੀਂ ਕੋਈ ਸਟੈਪ ਲਿਆ? ਤੁਸੀਂ ਅੱਜ ਬੋਲ ਕੇ ਉੱਥੇ ਜਾ ਕੇ ਇੱਦਾਂ ਦੀਆਂ ਗੱਲਾਂ ਕਰ ਰਹੇ ਹੋ। ਔਰ ਸਭ ਤੋਂ ਵੱਡੀ ਕਾਰਵਾਈ ਤੇ ਮੇਰੇ ਖਿਆਲ ਦੇ ਵਿੱਚ ਸੱਚ ਵੀ ਤਾਂ ਹੈ ਨਾ, ਕਿਤੇ ਨਾ ਕਿਤੇ ਸੱਚ ਵੀ ਤਾਂ ਹੈ ਨਾ, ਕਿਉਂਕਿ ਕਾਂਗਰਸ ਦੇ ਕਈ ਸਾਰੇ ਆਗੂ ਨੇ ਜਿਨ੍ਹਾਂ ਉੱਤੇ ਪਰਚੇ ਦਰਜ ਹੋਏ ਨੇ, ਮਾਮਲੇ ਦਰਜ ਹੋਏ ਨੇ, ਭ੍ਰਿਸ਼ਟਾਚਾਰ ਦੇ ਕੇਸ ਫਾਈਲ ਹੋਏ ਨੇ ਤੇ ਹੁਣ ਉਹ ਜੇਲ੍ਹਾਂ ਵਿੱਚ ਵੀ ਨੇ। ਦੇਖੋ, ਸਾਡੀ ਪਾਰਟੀ 70 ਸਾਲ 75 ਸਾਲ ਪੁਰਾਣੀ ਪਾਰਟੀ ਹੈ, ਠੀਕ ਹੈ ਜੀ। ਕਿਸੇ ਨੂੰ ਵੀ ਵਰਕਰ ਨੂੰ ਜਦੋਂ ਕੋਈ ਪਾਰਟੀ ਦੇ ਵਿੱਚ ਕੰਮ ਕਰਨ ਲੱਗਦਾ ਹੈਗਾ ਤੇ ਅਸੀਂ ਕੋਈ ਕੋਈ ਐਦਾਂ ਦੇ ਟੈਸਟ ਨਹੀਂ, ਉਹਨੂੰ ਲਾਈ ਡਿਟੈਕਟਰ ਟੈਸਟ ਕਰਕੇ ਨਹੀਂ ਪਾਰਟੀ ਦੇ ਵਿੱਚ ਲਿਆਇਆ ਜਾਂਦਾ ਕਿ ਹਾਂ ਵਾਕਈ ਉਹ ਕਿੰਨੀ ਦੇਰ ਤੱਕ ਟਿਕੇਗਾ ਜਾਂ ਉਹ ਕਰਪਸ਼ਨ ਦੇ ਉੱਤੇ ਚਾਰਜਸ ਲੱਗਣਗੇ ਕਿ ਨਹੀਂ ਲੱਗਣ। ਇਹ ਤੇ ਇੱਕ ਇੰਡੀਵਿਜੂਅਲ 'ਤੇ ਡਿਪੈਂਡ ਕਰਦਾ ਹੈਗਾ। ਹੁਣ ਦੇਖਿਆ ਜਾਏ 70 ਸਾਲਾਂ ਦੇ ਵਿੱਚ ਅਗਰ 3-4 ਕਿਸੇ ਵਰਕਰ 'ਤੇ ਅਗਰ ਸਾਡੇ 'ਤੇ ਇਲਜ਼ਾਮ ਲੱਗੇ ਵੀ ਹੈ, ਮੈਂ ਤਾਂ ਕਹਾਂਗੀ ਕਿ ਡਟ ਕੇ ਉਸ ਚੀਜ਼ ਦਾ ਕਾਰਵਾਈ ਹੋਣੀ ਚਾਹੀਦੀ ਹੈ। ਕਮਿਟ
ਕਰਦੇ ਹੋ, ਕਮਿਟ ਕਰਦੇ ਹੋ ਤੁਸੀਂ ਕਿ ਕਾਂਗਰਸ ਦੇ ਜਿਹੜੇ ਲੀਡਰ ਰਹੇ ਨੇ ਉਹ ਭ੍ਰਿਸ਼ਟਾਚਾਰੀ ਸੀਗੇ ਤਾਂ ਹੀ ਉਹਨਾਂ ਤੇ ਮਾਮਲੇ ਦਰਜ ਹੋਏ? ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ। ਅੰਟਿਲ ਐਂਡ ਅਨਲੈਸ ਜਦੋਂ ਤੱਕ ਕੋਰਟ ਇੱਕ ਕਨਵਿਕਟਡ ਨਹੀਂ ਸ਼ੋ ਕਰ ਦਿੰਦੇ, ਅਸੀਂ ਕਿਸ ਤਰ੍ਹਾਂ ਕਹਿ ਦਈਏ ਕਿ ਉਹਨਾਂ ਨੇ ਭ੍ਰਿਸ਼ਟਾਚਾਰ ਕੀਤਾ। ਹਾਂ, ਅਗਰ ਕੋਈ ਕੇਸਿਸ ਦੇ ਵਿੱਚ ਹੈਗਾ, ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਮਨ 'ਚ ਧਿਆਨ 'ਚ ਰੱਖਦੇ ਹੋਏ ਪ੍ਰੋਪਰ ਢੰਗ ਨਾਲ ਉਹਨੂੰ ਇੰਟਰੋਗੇਟ ਕੀਤਾ ਜਾਏ, ਉਹਨੂੰ ਨੋਟੀਫਿਕੇਸ਼ਨ ਜਾਰੀ ਕੀਤੀ ਜਾਏ, ਨਾ ਕਿ ਉਹਨੂੰ ਹਰਾਸ ਕੀਤਾ ਜਾਏ। ਕਰੋ, ਮੈਂ ਕਹਿੰਦੀ ਕਾਰਵਾਈ ਹੋਣੀ ਚਾਹੀਦੀ ਆ ਅਗਰ ਤੁਹਾਨੂੰ ਕਿਸੇ ਤੇ ਲੱਗਦਾ, ਪਰ ਪ੍ਰੋਪਰ ਢੰਗ ਦੇ ਨਾਲ, ਕ੍ਰਾਈਟੇਰੀਆ ਦੇ ਨਾਲ, ਜੋ ਇੱਕ ਲਾਅ ਐਂਡ ਆਰਡਰ ਸਾਨੂੰ ਆਰਡਰ ਦਿੰਦਾ ਹੈਗਾ ਕਿ ਇਸ ਤਰੀਕੇ ਨਾਲ ਸਾਨੂੰ ਚੱਲਣਾ ਚਾਹੀਦਾ। ਬਟ 70-75 ਸਾਲਾਂ ਦੇ ਵਿੱਚ ਅਗਰ 2-3 ਤੇ ਕਿਸੇ ਤੇ ਇਦਾਂ ਇਲਜ਼ਾਮ ਲੱਗ ਵੀ ਰਹੇ ਨੇ, ਦੈਟਸ ਨਾਟ ਠੀਕ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇਹ ਹੋਣਾ ਹੀ ਨਹੀਂ ਸੀਗਾ, ਕਦੀ ਜ਼ੀਰੋ ਲੈਵਲ ਤੇ ਚਲੀ ਹੈਗੀ ਹੈ ਕਰਪਸ਼ਨ ਜਿਹੜੀ ਹੈ ਸਾਡੀ ਪਾਰਟੀ ਦੇ ਵਿੱਚ ਹੈਗੀ ਹੈ, ਹੁੰਦੀ ਨਹੀਂ ਹੈਗੀ। ਜੇ ਕੋਈ ਕਰ ਰਿਹਾ, ਹੋਣੀ ਚਾਹੀਦੀ ਉਹਦੇ ਤੇ ਕਾਰਵਾਈ, ਮੈਂ ਇਸ ਤੋਂ ਬਿਲਕੁਲ ਇਨਕਾਰ ਨਹੀਂ ਕਰਦੀ। ਬਟ ਆਮ ਆਦਮੀ ਪਾਰਟੀ ਦਾ ਕੀ ਸਟੈਂਡ ਹੈ? 6 ਮਹੀਨੇ ਹੋਇਆ ਪੰਜਾਬ ਦੇ ਵਿੱਚ ਆਏ, ਘੱਟੋ ਘੱਟ 6 ਤੋਂ 7 MLAs ਇਹਨਾਂ ਦੇ ਰਡਾਰ ਦੇ ਵਿੱਚ ਨੇ, 2-3 ਆਲਰੇਡੀ ਜਿਹੜੇ ਹੈਗੇ ਨੇ ਉਹ ਜੇਲ੍ਹ ਭੁਗਤ ਰਹੇ ਨੇ, ਠੀਕ ਹੈ ਜੀ। 2-3 ਤੇ ਆਲਰੇਡੀ ਚਾਰजेस ਚੱਲ ਰਹੇ ਨੇ। ਕਿਸ ਤਰ੍ਹਾਂ ਦੇ ਚਾਰजेस ਚੱਲ ਰਹੇ ਨੇ ਕਿ ਕਿਸੇ ਨੂੰ ਲੜਕੀ ਨੂੰ ਅਗਵਾ ਕੀਤਾ, ਕਦੀ ਕਿਸੇ ਨੇ ਕਿਸੇ ਨੂੰ ਹਰਾਸ ਕੀਤਾ, ਔਰ ਇਹਨਾਂ ਦੇ ਮੰਤਰੀ, ਔਰ 6 ਮਹੀਨਿਆਂ ਦੇ ਵਿੱਚ 2 ਮੰਤਰੀ ਵੀ ਫੜੇ ਗਏ। ਸੋ ਕਰਪਸ਼ਨ ਦੇ ਇਹਨਾਂ ਦੇ ਚੱਕਿਆ, ਇਹਨਾਂ ਦੇ ਚਾਰजेस ਨਹੀਂ ਲੱਗਦੇ ਪਏ, ਔਰ ਸਾਡੇ ਤੇ ਚਾਰजेस ਲੱਗੇ ਨੇ, ਸਾਡੇ ਤੇ ਇਲਜ਼ਾਮ ਲਗਾਏ ਗਏ, ਇਹਨਾਂ ਦੇ ਤੇ ਵਿਦ ਪ੍ਰੂਫ ਅੱਗੇ ਆਏ ਨੇ। ਉਹ ਤਾਂ ਕਹਿੰਦੇ ਆ ਜੀ ਕਿ ਸਾਡੇ ਮੰਤਰੀਆਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ, ਆਹੀਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਦੇ ਦਿੱਤਾ, ਜਦਕਿ ਹੁਣ ਜਿਹੜਾ ਕਾਂਗਰਸ ਦੇ ਸੱਤਾ ਤੋਂ ਬਾਹਰ ਹੋਈ ਹੈ ਤਾਂ ਆਪਾਂ ਹੁਣ ਜਿਹੜੀ ਇਨਵੈਸਟੀਗੇਸ਼ਨ ਕਰਵਾ ਰਹੇ ਹਾਂ। ਦੇਖੋ ਕਿ ਜੇਲ੍ਹ ਦੇ ਵਿੱਚ ਕਿਹਨੂੰ ਦਿੱਤਾ? ਉਸ ਮੰਤਰੀ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਿਹਦੀ ਅੱਜ ਤੱਕ ਜਿਹੜੀ ਆਡੀਓ ਕਹਿ ਰਹੇ ਸੀਗੇ ਸਾਡੇ ਤੱਕ ਪਹੁੰਚੀ ਹੈ, ਉਹ 1% ਕਮਿਸ਼ਨ ਲੈਣ ਵਾਲੀ, ਅੱਜ ਤੱਕ ਜਨਤਾ ਕਿਉਂ ਨਹੀਂ ਕਰਦੇ? ਕੀ ਲੱਗਦਾ ਕੀ ਹੈ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਕਾਫੀ ਸਾਰੇ ਉਹਨਾਂ ਨੇ ਦਾਅਵੇ ਤੇ ਵਾਅਦੇ ਕੀਤੇ ਸੀਗੇ, ਕਈ ਗਰੰਟੀਆਂ ਦਿੱਤੀਆਂ ਸੀਗੀਆਂ, ਕੀ ਲੱਗਦਾ ਕਿੰਨੀ ਕੁ ਖਰੀ ਉਤਰੀ? ਬਿਲਕੁਲ ਵੀ ਨਹੀਂ ਖਰੀ ਉਤਰੀ। ਨਾਟ ਈਵਨ 1%, 1% ਵੀ ਖਰੀ ਨਹੀਂ ਉਤਰੀ। ਚਾਹੇ ਉਹ ਬਿਜਲੀ ਦਾ ਹੋਏ, ਚਾਹੇ ਉਹ ਵੂਮਨਸ ਨੂੰ 1,000 ਰੁਪਇਆ ਉਹਨਾਂ ਦੇ ਖਾਤੇ 'ਚ ਪਾਉਣਾ ਹੋਏ, ਠੀਕ ਹੈ ਜੀ। ਕੱਚੇ ਮੁਲਾਜ਼ਮਾਂ ਨੂੰ ਚਾਹੇ ਪੱਕਾ ਕਰਨਾ ਹੋਏ, ETT ਟੀਚਰਸ ਹੋਣ, ਚਾਹੇ ਉਹਨਾਂ ਦੀ ਗੱਲ ਹੋਏ, ਟੈਂਕੀਆਂ ਤੇ ਚੜ੍ਹ ਕੇ ਅੱਜ ਵੀ ਉੱਦਾਂ ਹੀ ਵਿਰੋਧ ਕੀਤੇ ਜਾ ਰਹੇ ਨੇ। ਬੇਰੁਜ਼ਗਾਰੀ ਹੋਏ, MSP ਹੋਏ, ਇਹਨਾਂ 7-8 ਮੁੱਦੇ ਤੇ ਮੈਂ ਇੱਥੇ ਖੜੇ ਗਿਣਾਤੇ, ਹੋਰ ਕਿੰਨੇ ਮੁੱਦੇ ਨੇ? ਇੱਕ ਵੀ ਦੱਸੋ ਮੁੱਦਾ ਪੂਰਾ ਕੀਤਾ ਹੋਇਆ ਇਹਨਾਂ ਨੇ? ਇੱਕ ਵੀ ਕਮਿਟਮੈਂਟ ਪੂਰੀ ਕੀਤੀ ਹੋਈ? ਝੂਠ ਬੋਲ ਰਹੇ ਨੇ ਕਿ ਅਸੀਂ ਇੰਨੇ ਵਾਅਦੇ ਪੂਰੇ ਕਰਤੇ, ਬਾਕੀ ਸਟੇਟਸ ਜਾ ਕੇ ਬੇਵਕੂਫ ਬਣਾ ਰਹੇ ਨੇ ਲੋਕਾਂ ਨੂੰ। ਔਰ ਮੈਂ ਕਹਿਣਾ ਚਾਹਾਂਗੀ ਖਾਸ ਤੌਰ ਤੇ ਉਹਨਾਂ ਸਟੇਟਸ ਨੂੰ, ਇਹਨਾਂ ਪਾਰਟੀਜ਼ ਤੋਂ ਬਚ ਕੇ ਰਹੋ। ਇਹ ਪਾਰਟੀਜ਼ ਜਿਹੜੀਆਂ ਹੈਗੀਆਂ ਸਾਡੇ ਸਟੇਟਸ ਦੇ ਵਿੱਚ ਆ ਕੇ ਇਹਨਾਂ ਨੇ ਮੰਦੇ ਹਾਲਾਤ ਕਰਤੇ, ਲੋਕਾਂ ਨੂੰ ਖਾਣ ਪੀਣ ਤੋਂ ਵੀ ਵਾਂਝੇ ਕਰ ਦਿੱਤਾ। ਅੱਜ ਜਦੋਂ ਦੀ ਇਹ ਸਰਕਾਰ ਬਣੀ, ਅਸੀਂ ਆਪਣੇ ਡਿਸਟ੍ਰਿਕਟ ਦੀ ਗੱਲ ਕਰਾਂ, ਜੇ ਮੈਂ ਪਠਾਨਕੋਟ, ਭੋਆ, ਸੁਜਾਨਪੁਰ ਦੀ ਜੇ ਮੈਂ ਗੱਲ ਕਰਾਂ, ਮੋਰ ਦੈਨ 8 ਤੋਂ 9 ਹਜ਼ਾਰ ਜਿਹੜੇ ਇੰਪਲੋਇਜ਼ ਇਹਨਾਂ ਨੇ ਬੇਰੁਜ਼ਗਾਰ ਕਰ ਦਿੱਤੇ ਨੇ, ਜਸਟ ਬਿਕੋਜ਼ ਆਫ ਦਿਸ ਮਾਈਨਿੰਗ ਇਸ਼ੂ। ਉਹ ਤਾਂ ਕਹਿੰਦੇ ਜੀ ਕਾਂਗਰਸ ਨੇ ਕਰਪਸ਼ਨ ਹੀ ਬੜੀ ਕੀਤੀ, ਮਾਈਨਿੰਗ ਦਾ ਆਪਣੀ ਸਰਕਾਰ ਦੇ ਵੇਲੇ ਕਾਂਗਰਸ ਨੇ ਕਰਪਸ਼ਨ ਹੀ ਬੜੀ ਕੀਤੀ। ਹੁਣ ਉਹਨਾਂ ਚੀਜ਼ਾਂ ਨੂੰ ਸੁਧਾਰਨ ਵਾਸਤੇ, ਉਹਨਾਂ ਵਿੱਚ ਸੋਧ ਕਰਨ ਦੇ ਲਈ ਆਪਾਂ ਜਿਹੜਾ ਆ ਇਹ ਸਾਰਾ ਕੁਝ ਕਰ ਰਿਹਾ ਤਾਂ ਕਿ ਜੈਨੂਅਨ ਤਰੀਕੇ ਨਾਲ ਸਾਰਾ ਕੁਝ ਚੱਲੇ ਤਾਂ ਲੋਕਾਂ ਨੂੰ ਜਿਹੜਾ ਸਸਤਾ ਦਿੱਤਾ ਬਿਜਲੀ ਮਿਲ ਸਕੇ। ਨਹੀਂ, ਕਾਂਗਰਸ ਨੇ ਜੇ ਕੀਤੀ ਹੈ ਤੇ ਉਸ ਟਾਈਮ ਤੇ ਤੁਸੀਂ ਵਿਪਕਸ਼ ਸੀਗੇ, ਕੀ ਕੀਤਾ ਤੁਸੀਂ? ਅੱਜ ਮੈਂ ਵਿਪਕਸ਼ ਦੇ ਵਿੱਚ ਆ, ਮੈਂ ਤੁਹਾਡੇ ਇੱਕ ਜਿਹੜੀ ਅਸੀਂ ਮੈਂ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਨਾਲ ਵੀ ਪੰਜਾਬ ਦੇ ਲੈਵਲ ਤੇ ਪ੍ਰੈਸ ਕਾਨਫਰੰਸ ਅਸੀਂ ਕਰਕੇ ਆਏ ਆ, ਇੱਕ ਇਹਨਾਂ ਦੇ ਪ੍ਰੂਫ ਦੱਸੇ ਹੈ ਮਾਈਨਿੰਗ ਪਾਲਿਸੀ ਦੇ। ਕੀ ਕੀਤਾ ਇਹਨਾਂ ਨੇ? ਉਦੋਂ ਤੁਸੀਂ ਵਿਪਕਸ਼ 'ਚ ਬੈਠੇ ਸੀਗੇ, ਤੁਸੀਂ ਕਿੰਨੇ ਧਰਨੇ ਲਗਾਏ, ਤੁਸੀਂ ਕਿੰਨੇ ਮਾਈਨਿੰਗ ਰੋਕਣ ਦੀ ਕੋਸ਼ਿਸ਼ ਕੀਤੀ, ਤੁਸੀਂ ਕਿੰਨੀਆਂ ਪਾਲਿਸੀਆਂ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕੀਤੀ? ਕੁਝ ਵੀ, ਕੋਈ ਐਫਰਟ ਨਹੀਂ। ਜੇ ਕੀਤੇ ਹੁੰਦੇ ਐਫਰਟਸ ਤਾਂ ਸਾਨੂੰ ਪਤਾ ਲੱਗਦਾ। ਹਾਂ, ਜਦੋਂ ਇਲੈਕਸ਼ਨ ਸੀਗੇ ਉਦੋਂ ਪਤਾ ਨਹੀਂ ਐਵੇਂ ਅਨਨੈਸੈਸਰਲੀ ਕਿਸੇ ਲੀਗਲ ਖੱਡ ਦੇ ਉੱਤੇ ਜਾ ਕੇ ਅਨਨੈਸੈਸਰਲੀ ਰੇਡ ਕਰਨ ਲੱਗ ਪਏ ਇਹਨਾਂ ਦੇ ਆਪਣੇ ਮੰਤਰੀ ਜਿਹੜੇ ਹੈਗੇ, ਆਪਣੇ ਵਰਕਰ। ਪਰ ਕੀ ਕੀਤਾ? ਇਹ ਅਸੀਂ ਇੱਦਾਂ ਦੇ ਝੂਠੇ ਵਾਅਦੇ ਤੇ ਨਹੀਂ ਨਾ ਕੀਤੇ ਕਿ ਅਸੀਂ 20,000 ਕਰੋੜ ਇੱਕ ਸਾਲ ਦੇ ਵਿੱਚ ਲੈ ਕੇ ਆਵਾਂਗੇ। ਪਰ ਮੈਡਮ ਸਾਨੂੰ ਬੜੀ ਗੱਲ ਇਹ ਹੈ ਕਿ ਜੇਕਰ ਮਾਈਨਿੰਗ ਦੀ ਗੱਲ ਕਰੀਏ ਤਾਂ ਤੁਹਾਡੇ ਪਾਰਟੀ ਦੇ ਹੀ MLA ਨੇ ਸਾਬਕਾ ਜੋਗਿੰਦਰਪਾਲ, ਉਹਨਾਂ ਉੱਤੇ ਵੀ ਜਿਹੜੇ ਉਹ ਮਾਮਲੇ ਦਰਜ ਹੋਏ ਨੇ, ਉਹਨਾਂ ਨੇ ਵੀ ਜ਼ਮਾਨਤਾਂ ਵਗੈਰਾ ਕਰਾਈਆਂ ਨੇ। ਕੀ ਲੱਗਦਾ ਕਿਤੇ ਨਾ ਕਿਤੇ ਮਾਈਨਿੰਗ ਦਾ ਦਬਦਬੇ ਦੇ ਵਿੱਚ ਜਿਹੜਾ ਹੱਥ ਜਿਹੜੇ ਕਿਤੇ ਨਾ ਕਿਤੇ ਰੰਗੇ ਹੋਏ ਨੇ ਕਾਂਗਰਸ ਦੇ ਵੀ, ਕਿਉਂਕਿ ਕਾਫੀ ਸਾਰਾ ਰੌਲਾ ਜਿਹੜਾ ਪਿਛਲੀ ਸਰਕਾਰਾਂ ਵੇਲੇ ਵੀ ਪਿਆ, ਤਾਂ ਹੁਣ ਤੇ ਖੈਰ ਹਜੇ ਮਾਈਨਿੰਗ ਬੰਦ ਹੈ, ਜਦੋਂ ਸਟਾਰਟ ਹੋਏਗੀ ਉਹਦੇ ਬਾਅਦ ਪਤਾ ਨਹੀਂ ਕੀ ਬਣਨਾ ਕੀ ਨਹੀਂ ਬਣਨਾ। ਬਟ ਪਿਛਲੇ ਟਾਈਮ ਦੇ ਵਿੱਚ ਮਾਈਨਿੰਗ ਨੂੰ ਲੈ ਕੇ ਜਿਹੜਾ ਕਾਫੀ ਸਾਰਾ ਰੋਲਾ ਰਿਹਾ ਆ ਕਿ ਇਨਲੀਗਲ ਮਾਈਨਿੰਗ ਜਿਹੜੀ ਹੈ ਉਹ ਜ਼ਿਲ੍ਹੇ ਦੇ ਵਿੱਚ ਹੋ ਰਹੀ ਹੈ ਔਰ ਬੜੇ ਵੱਡੇ ਪੈਮਾਨੇ ਤੇ ਹੋ ਰਹੀ ਹੈ। ਦੇਖੋ, ਅਗਰ ਉਹਨਾਂ ਤੇ ਕੁਝ ਕਾਰਵਾਈ ਚੱਲ ਰਹੀ ਹੈ, ਅਸੀਂ ਉਹਦੇ ਵਿੱਚ ਕੋਈ ਵੀ ਇੰਟਰਫੇਰੈਂਸ ਨਹੀਂ ਕਰਨਾ ਚਾਹਾਂਗੇ। ਹਾਂ, ਠੀਕ ਹੈ, ਅੰਟਿਲ ਐਂਡ ਅਨਲੈਸ ਜਦੋਂ ਤੱਕ ਕੋਰਟ ਉਹਨਾਂ ਨੂੰ ਸਾਬਿਤ ਨਹੀਂ ਕਰ ਦਿੰਦਾ, ਜੱਜ ਸਾਹਿਬ, ਮਾਨਯੋਗ ਜੱਜ ਸਾਹਿਬ ਉਹਨਾਂ ਨੂੰ ਕਨਵਿਕਟਡ ਸਾਬਿਤ ਨਹੀਂ ਕਰ ਸਕਦੇ, ਅਸੀਂ ਕੋਈ ਸਟੇਟਮੈਂਟ ਨਹੀਂ ਦੇ ਸਕਦੇ ਉਹਦੇ ਤੇ। ਅਗਰ ਕੋਈ ਕਾਰਵਾਈ ਉਹਨਾਂ ਤੇ ਹੋ ਰਹੀ ਹੈ, ਪ੍ਰੈਸ਼ਰਾਈਜ਼ ਕਰਕੇ ਕੀਤਾ ਜਾ ਰਿਹਾ, ਜਾਂ ਜਾਣਬੁੱਝ ਕੇ ਅਸੀਂ ਮੁੱਦੇ ਚੱਕ ਰਹੇ ਸੀਗੇ ਤਾਂ ਸਾਡੀ ਪਾਰਟੀ ਦੇ ਵਰਕਰਾਂ ਦੇ ਉੱਤੇ ਇੱਦਾਂ ਦੇ ਸ਼ਿਕੰਜੇ ਕਸੇ ਜਾ ਰਹੇ ਨੇ, ਕੋਈ ਵੀ ਰੀਜ਼ਨ ਹੋ ਸਕਦਾ। ਬਟ ਜਦੋਂ ਤੱਕ ਕਨਵਿਕਟਡ ਨਾ ਹੋਣ, ਜਾਂ ਤਾਂ ਫਿਰ ਮੌਕੇ ਤੇ ਆ ਕੇ ਕੋਈ ਇੱਦਾਂ ਦੀ ਗੱਲ ਕਰਦੇ ਕਿ ਹਾਂਜੀ ਅਸੀਂ
ਇਹ ਕੰਮ ਕੀਤਾ ਹੈ, ਦੇਖੋ ਇਹ ਫੜ ਕੇ ਦਿਖਾਇਆ, ਇਹ ਕੰਮ ਕੀਤਾ, ਹੱਥ ਰੰਗੇ ਹੱਥੋਂ ਕਰ ਲਿਆ, ਇਹ ਕਰ ਲਿਆ, ਉਹ ਕਰ ਲਿਆ, ਕਨਵਿਕਟਡ ਕਰਕੇ ਤੇ ਸਾਬਿਤ ਕਰਕੇ ਖਤਮ ਕਰੋ ਕਹਾਣੀ। ਤੁਸੀਂ ਬੇਲ ਕਿਉਂ ਲੈਣ ਦਿੱਤੀ ਉਹਨਾਂ ਨੂੰ? ਬੇਲ ਫਿਰ ਬੇਲ ਵੀ ਨਾ ਮਿਲਦੀ ਫਿਰ ਉਹਨਾਂ ਨੂੰ, ਤੇ ਫਿਰ ਅੱਜ ਜੇ ਬੇਲ ਮਿਲੀ ਹੈ ਕੋਈ ਤਾਂ ਰੀਜ਼ਨ ਹੋਣਗੇ ਉਹਦੇ ਪਿੱਛੇ। ਜੇ ਬੇਲ ਮਿਲੀ ਹੈ ਤੇ ਇਸ ਤਰ੍ਹਾਂ ਕੋਈ ਨਹੀਂ ਹੈ। ਹਾਂ ਇਹ ਜ਼ਰੂਰ ਹੈ, ਸਾਡੀ ਕਾਂਗਰਸ ਪਾਰਟੀ ਦੇ ਟਾਈਮ ਤੇ ਅਸੀਂ ਇਹ ਨਹੀਂ ਕਦੀ ਝੂਠੇ ਵਾਅਦੇ ਕੀਤੇ, ਅਸੀਂ 10-10 ਹਜ਼ਾਰ ਕਰੋੜ 20,000 ਕਰੋੜ ਰੁਪਏ ਸਾਲ ਦਾ ਲੈ ਕੇ ਆਵਾਂਗੇ। ਇਹਨਾਂ ਦੇ ਮਾਈਨਿੰਗ ਮੰਤਰੀ ਕਹਿੰਦੇ ਸੀਗੇ ਹਰਜੋਤ ਸਿੰਘ ਬੈਂਸ, ਕੀ ਕਹਿ ਰਹੇ ਨੇ ਕਿ ਮੈਂ ਸਾਲ ਦੇ ਵਿੱਚ 20,000 ਕਰੋੜ ਰੁਪਏ ਦਾ ਮੁਨਾਫਾ ਕਮਾ ਕੇ ਪੰਜਾਬ ਦੇ ਖਜ਼ਾਨੇ ਦੇ ਵਿੱਚ ਪਾਵਾਂਗੇ। 6 ਮਹੀਨੇ ਪੂਰੇ ਹੋ ਚੁੱਕੇ ਨੇ ਅੱਜ ਪੰਜਾਬ ਸਰਕਾਰ ਨੂੰ, ਆਮ ਆਦਮੀ ਪਾਰਟੀ ਦੇ ਨਾ। ਦੱਸੋ ਅੱਜ ਉਸ ਹਿਸਾਬ ਨਾਲ 10,000 ਕਰੋੜ ਰੁਪਇਆ ਹੁਣ ਤੱਕ ਆ ਜਾਣਾ ਚਾਹੀਦਾ ਸੀ। ਦੱਸੋ ਮੈਨੂੰ ਕਿੱਥੇ ਆਇਆ 10,000 ਕਰੋੜ ਰੁਪਇਆ? ਹਾਂ 500 ਜਾਂ 50 ਜਾਂ 100 ਜਾਂ 150 ਕਰੋੜ ਰੁਪਏ ਅਗਰ ਕੋਈ ਆਇਆ ਹੈ ਤੇ ਉਹਦੀ ਵੀ ਜਸਟੀਫਿਕੇਸ਼ਨ ਦੇ ਦਿਓ। ਇਹ ਤਾਂ ਬੇਵਕੂਫ ਬਣਾ ਰਹੇ ਨੇ ਲੋਕਾਂ ਨੂੰ। 24 ਦੇ ਇਲੈਕਸ਼ਨ ਆਉਣ ਵਾਲੇ ਨੇ, ਤਿਆਰੀਆਂ ਸਾਰਿਆਂ ਵੱਲੋਂ ਜ਼ੋਰਾਂ ਸ਼ੋਰਾਂ ਤੇ ਕੀਤੀਆਂ ਜਾ ਰਹੀਆਂ, ਹਰ ਪਾਰਟੀ ਵੱਲੋਂ ਕੀਤੀਆਂ ਜਾ ਰਹੀਆਂ, ਬੀਜੇਪੀ ਵੱਲੋਂ ਵੀ ਕੀਤੀਆਂ ਜਾ ਰਹੀਆਂ, ਆਮ ਆਦਮੀ ਪਾਰਟੀ ਵੱਲੋਂ, ਤੁਹਾਡੇ ਵੱਲੋਂ ਵੀ ਕੀਤੀ ਜਾ ਰਹੀ ਹੈ, ਇੱਕ ਯਾਤਰਾ ਵੀ ਤੁਹਾਡੇ ਵੱਲੋਂ ਕੱਢੀ ਜਾ ਰਹੀ ਹੈ। ਸੋ ਕੀ ਲੱਗਦਾ 24 ਦੇ ਵਿੱਚ ਕਾਂਗਰਸ ਦਾ ਪ੍ਰਦਰਸ਼ਨ ਕਿੱਦਾਂ ਰਹੇਗਾ? ਕਿਉਂਕਿ ਹਾਲਾਤ ਜੋ ਇਸ ਵੇਲੇ ਬਣੇ ਹੋਏ ਨੇ ਕਾਂਗਰਸ ਦੇ, ਉਹ ਕਾਫੀ ਜਿਹੜੇ ਨੇ ਮਾੜੇ ਚੱਲ ਰਹੇ ਨੇ। ਕਿਉਂਕਿ ਇਸ ਵੇਲੇ ਆਪਾਂ ਕਹਿ ਲਈਏ ਕਿ ਤਿੱਲਾ ਤਿੱਲਾ ਹੋਈ ਪਈ ਕਾਂਗਰਸ ਨੂੰ ਜਿਹੜਾ ਇਕੱਠਾ ਕਰਨ ਦਾ ਜਿਹੜਾ ਉਹ ਜ਼ੋਰ ਸਾਰਾ ਲੱਗ ਰਿਹਾ ਵਰਕਰ ਦਾ। ਕੀ ਕਹੋਗੇ ਤੁਸੀਂ? ਨਹੀਂ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਫਿਰ ਕਹਿ ਰਹੀ ਹਾਂ ਕਿ ਜਦੋਂ ਇੱਕ ਲੀਡਰ ਜਾਂਦਾ ਦੁਬਾਰਾ ਤੋਂ ਉਹਦੀ ਜਗ੍ਹਾ 10-10 15-15 20-20 ਲੀਡਰ ਹੋਰ ਦੁਬਾਰਾ ਖੜੇ ਹੋ ਜਾਂਦੇ ਨੇ। ਪਾਰਟੀ ਕਦੀ ਡੁੱਬਦੀ ਨਹੀਂ ਹੈਗੀ, ਪਾਰਟੀ ਉੱਦਾਂ ਦੀ ਉੱਦਾਂ ਹੀ ਰਹਿੰਦੀ ਹੈ। ਔਰ ਮੈਂ ਇਹੀ ਕਹਾਂਗੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਪੰਜਾਬ ਪੂਰੇ ਦੇਸ਼ ਦੇ ਵਿੱਚ ਬੀਜੇਪੀ ਨੇ ਜੋ ਮਾਹੌਲ ਬਣਾ ਦਿੱਤੇ ਨੇ, ਚਾਹੇ ਉਹ ਮਹਿੰਗਾਈ ਨੂੰ ਲੈ ਕੇ ਹੋਣ, ਚਾਹੇ ਉਹ LPG ਗੈਸਿਸ ਨੂੰ ਲੈ ਕੇ ਹੋਣ, ਚਾਹੇ ਰੋਜ਼ਗਾਰ ਨੂੰ ਲੈ ਕੇ ਹੋਣ, ਚਾਹੇ ਸਾਡੇ ਆਰਮੀ ਦੇ ਜਿਹੜੇ ਇਹਨਾਂ ਨੇ ਨਵੀਆਂ ਯੋਜਨਾਵਾਂ ਕੱਢੀਆਂ ਉਹਨਾਂ ਨੂੰ ਲੈ ਕੇ ਹੋਣ, ਪ੍ਰਾਈਵੇਟਾਈਜੇਸ਼ਨ ਨੂੰ ਬੜਾਵਾ ਦੇਣਾ ਹੋਏ, ਇਹ ਪੂਰਾ ਦੇਸ਼ ਇਸ ਚੀਜ਼ ਨੂੰ ਸਮਝ ਰਿਹਾ। ਔਰ ਰਾਹੁਲ ਗਾਂਧੀ ਜੀ ਜਿਸ ਤਰ੍ਹਾਂ ਦੇ ਨਾਲ ਭਾਰਤ ਜੋੜੋ ਯਾਤਰਾ ਸਟਾਰਟ ਕਰ ਚੁੱਕੇ ਨੇ, ਉਹ ਕਰਨਾਟਕਾ ਤੋਂ ਲੈ ਕੇ ਕਸ਼ਮੀਰ ਤੱਕ ਦਾ ਸਫ਼ਰ ਜਿਹੜਾ ਤੈਅ ਕਰਨਗੇ। ਅੱਜ ਤੁਸੀਂ ਦੇਖੋ ਕਿਸ ਤਰ੍ਹਾਂ ਦੇ ਨਾਲ ਜਨਤਾ ਉਹਨਾਂ ਦੇ ਨਾਲ ਜੁੜ ਰਹੀ ਹੈ। ਕੋਈ ਪਲੈਨਡ ਜਨਤਾ ਨਹੀਂ ਹੈ, ਇਹ ਦੇ ਆਲ ਆਰ ਦੋਜ਼ ਪੀਪਲ ਦੋਜ਼ ਹੂ ਆਰ ਐਕਚੁਅਲੀ ਫੇਸਿੰਗ ਦਾ ਪ੍ਰੋਬਲਮ ਇਨ ਦੇਅਰ ਲਾਈਫ। ਸੋ ਉਹ ਖੁਦ ਆ ਰਹੇ ਨੇ, ਬੱਚੇ ਤੱਕ ਉਹਨਾਂ ਦੇ ਨਾਲ ਚੱਲ ਕੇ ਉਹਨਾਂ ਦੇ ਸਾਥ ਦੇ ਰਹੇ ਨੇ ਭਾਰਤ ਜੋੜੋ। ਸੋ ਭਾਰਤ ਜੋੜੋ ਯਾਤਰਾ ਦਾ ਮਤਲਬ ਇਹ ਹੈਗਾ ਕਿ ਜੋ ਸਾਡੀ ਭਾਰਤ ਦੀ ਜੋ ਸੋਚ ਹੈ ਕਿ ਇਹਦੇ ਵਿੱਚ ਜਾਤੀਵਾਦ ਨਾ ਖੇਲਿਆ ਜਾਏ, ਇਹਦੇ ਵਿੱਚ ਕੋਈ ਇਹ ਨਾ ਦੇਖਿਆ ਜਾਏ ਹਿੰਦੂ ਮੁਸਲਿਮ ਸਿੱਖ ਈਸਾਈ ਵੱਖਰੇ ਨੇ, ਜਾਂ ਦੁੱਖ ਤੇ ਦੁੱਖ ਹੈ, ਦੁੱਖ ਸਾਰਿਆਂ ਦਾ ਇੱਕ ਬਰਾਬਰ ਹੈ। ਔਰ ਇਸੀ ਸਕੀਮ ਦੇ ਪਿੱਛੇ ਜਿਹੜਾ ਹੈਗਾ ਇਹ ਬੀਜੇਪੀ ਜਿਹੜੀਆਂ ਆਪਣੀਆਂ ਸਕੀਮਾਂ ਲਗਾ ਰਹੀ ਹੈ, ਹਰ ਵੇਲੇ ਦੇਖੋ ਕਿੱਦਾਂ ਹਿੰਦੂ ਮੁਸਲਮਾਨਾਂ ਦੀਆਂ ਲੜਾਈਆਂ ਕਰਵਾ ਰਹੀ ਹੈ। ਪੰਜਾਬ ਦੇ ਹਾਲਾਤ ਹੁਣ ਦੇਖੋ, ਖਾਲਿਸਤਾਨ ਦਾ ਪਹਿਲੇ ਕਿਤੇ ਨਾਮ ਨਹੀਂ ਸੀ ਸੁਣਦੇ ਹੁੰਦੇ, ਅੱਜ ਉਹੀ ਜਿਹੜੀਆਂ ਐਕਟੀਵਿਟੀਜ਼ ਹੈਗੀਆਂ ਖਾਲਿਸਤਾਨ ਦੁਬਾਰਾ ਸੁਣਨੀਆਂ ਸ਼ੁਰੂ ਹੋ ਗਈਆਂ। ਇਹਦੇ ਵਿੱਚ ਆਮ ਆਦਮੀ ਪਾਰਟੀ ਦਾ ਵੀ ਪੂਰਾ ਯੋਗਦਾਨ ਹੈ ਕਿ ਸ਼ਾਇਦ ਇਹਨਾਂ ਤੇ ਕਿਸੇ ਨੇ ਐਲੀਗੇਸ਼ਨਸ ਵੀ ਲਗਾਏ ਸੀਗੇ ਕਿ ਇਹ ਖਾਲਿਸਤਾਨ ਦੀ ਟੀਮ ਦੇ ਨਾਲ ਕੇਜਰੀਵਾਲ ਜੀ ਬੈਠ ਕੇ ਮੀਟਿੰਗ ਕਰ ਰਹੇ ਨੇ। ਉਹਨਾਂ ਤੇ ਜਿਹੜੇ ਇਹਨਾਂ ਦੇ ਆਪਣੇ ਐਕਸ ਕੋਮ ਫਾਊਂਡਰ ਮੈਂਬਰ ਸੀਗੇ ਦਿੱਲੀ ਦੇ, ਉਹਨਾਂ ਨੇ ਵੀ ਇਹਨਾਂ ਤੇ ਇਲਜ਼ਾਮ ਲਗਾਏ ਸੀਗੇ। ਸੋ ਅੱਜ ਪੰਜਾਬ ਦੇ ਵਿੱਚ ਖਾਲਿਸਤਾਨ ਨੂੰ ਇੰਨਾ ਬੜਾਵਾ ਦਿੱਤਾ ਜਾ ਰਿਹਾ, ਕੀ ਵਜ੍ਹਾ ਰਿਹਾ? ਇਹ ਸਾਫ਼ ਤੌਰ ਤੇ ਜ਼ਾਹਿਰ ਹੋ ਰਿਹਾ। ਔਰ ਬੀਜੇਪੀ ਦੇ ਕਈ ਐਸੇ ਵਰਕਰ ਨੇ ਜਿਹੜੇ ਟੈਰਰਿਸਟ ਐਕਟੀਵਿਟੀਜ਼ ਦੇ ਵਿੱਚ ਪਾਏ ਜਾ ਰਹੇ ਨੇ ਔਰ ਖੁਦ ਹੰਗਾਮਾ ਕਰਵਾਉਂਦੇ ਨੇ, ਖੁਦ ਇਹ ਬੰਬ ਬਲਾਸਟ ਕਰਵਾਉਂਦੇ ਨੇ ਔਰ ਖੁਦ ਏਜੰਡਾ ਬਣਾ ਲੈਂਦੇ ਨੇ। ਸੋ ਲੋਕ ਸਮਝ ਰਹੇ ਨੇ ਔਰ ਮੈਨੂੰ ਲੱਗਦਾ ਕਿ ਕਾਂਗਰਸ ਨੂੰ ਦੁਬਾਰਾ ਲੋਕ ਯਾਦ ਕਰਨ ਲੱਗ ਪਏ ਨੇ। ਕਾਂਗਰਸ ਨੂੰ ਫੇਰ ਚਾਹੁੰਦੇ ਨੇ ਕਿ ਦੁਬਾਰਾ ਤੋਂ ਦੇਸ਼ ਦੇ ਵਿੱਚ ਮੌਕਾ ਦਿੱਤਾ ਜਾਏ। ਔਰ ਪੰਜਾਬ ਦੇ ਵਿੱਚ ਤੇ 3 ਮਹੀਨਿਆਂ ਬਾਅਦ ਹੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਉਹਨਾਂ ਦੀ ਅਸਲੀਅਤ ਦਿਖਾਤੀ ਸੀ ਸੰਗਰੂਰ ਬਾਈ ਇਲੈਕਸ਼ਨ 'ਚ ਕਿ ਇੱਕ ਆਮ ਵਰਗ ਦਾ ਬੰਦਾ, ਇੱਕ ਆਮ ਵਰਗ ਤੋਂ ਇੱਕ ਪਾਰਟੀ ਤੋਂ ਆਇਆ, ਇੱਕ ਆਪਣੀ ਪਾਰਟੀ ਬਣਾ ਕੇ ਉੱਥੇ MP ਦੀ ਇਲੈਕਸ਼ਨ ਜਿੱਤ ਗਏ, ਉਹ ਵੀ CM ਭਗਵੰਤ ਮਾਨ ਦੇ ਇਲਾਕੇ 'ਚੋਂ, ਜਿਹੜਾ ਕਿ ਕਹਿੰਦੇ ਸੀ ਇਹ ਸਾਡੀ ਜਿਹੜੀ ਉਹ ਸੀਟ ਹੈਗੀ ਹੈ, ਇੱਕ ਰਾਜਧਾਨੀ ਮੰਨੀ ਜਾਂਦੀ ਹੈ ਸਾਡੀ ਆਮ ਆਦਮੀ ਪਾਰਟੀ। ਉਹ ਤੋਂ 3 ਮਹੀਨਿਆਂ ਦੇ ਵਿੱਚ ਇਹਨਾਂ ਦੀ MP ਸੀਟ ਹਰਾ ਕੇ ਬਾਹਰ ਮਾਰਿਆ ਇਹਨਾਂ ਨੂੰ ਔਰ ਦਿਖਾਇਆ ਇਹਨਾਂ ਦੀ ਅਸਲੀਅਤ। ਸੋ ਲੋਕ ਸਮਝ ਜਾਂਦੇ ਨੇ। ਬਟ ਇਹ ਜ਼ਰੂਰ ਹੈ, ਐਫਰਟ ਜ਼ਰੂਰ ਹੋਣਗੇ, ਮਿਹਨਤਾਂ ਜ਼ਰੂਰ ਲੱਗਣਗੀਆਂ, ਕਈ ਸਾਰੇ ਚੈਲੰਜਸ ਵੀ ਫੇਸ ਕਰਨੇ ਪੈਣਗੇ ਸਾਨੂੰ ਸਾਰਿਆਂ ਨੂੰ, ਵਿਪਕਸ਼ਾਂ ਨੂੰ ਮਿਲ ਕੇ ਸ਼ਾਇਦ ਇਹ ਲੜਾਈ ਲੜਨੀ ਪਏ। ਸੋ ਹੋਪਫੁਲੀ ਰਿਜ਼ਲਟ ਸਾਡੇ ਸਾਹਮਣੇ ਜ਼ਰੂਰ ਆਏ। ਥੈਂਕ ਯੂ ਮੈਮ, ਥੈਂਕ ਯੂ ਵੈਰੀ ਮਚ। ਤਾਂ ਇਹ ਸੀਗੇ ਮੈਡਮ ਟੀਨਾ ਚੌਧਰੀ ਜੋ ਕਿ ਸਪੋਕਸਪਰਸਨ ਨੇ ਕਾਂਗਰਸ ਦੇ, ਔਰ ਬੜੀ ਹੀ ਦਲੇਰੀ ਦੇ ਨਾਲ ਉਹਨਾਂ ਨੇ ਜਿਹੜਾ ਸੱਚ ਨੂੰ ਐਕਸੈਪਟ ਕੀਤਾ ਔਰ ਕਾਂਗਰਸ ਦੇ ਵਿੱਚ ਜੋ ਖਾਮੀਆਂ ਨੇ ਉਹਨਾਂ ਨੂੰ ਮੰਨਿਆ ਵੀ ਹੈ ਔਰ ਉਹਦੇ ਵਿੱਚ ਸੋਧਾਂ ਕਰਨ ਦੀ ਵੀ ਗੱਲ ਕਹੀ ਹੈ। ਤੁਸੀਂ ਬਣੇ ਰਹੋ AMI ਨਿਊਜ਼ ਦੇ ਨਾਲ, ਮੁੜ ਮਿਲਾਂਗੇ ਅਗਲੀ ਕੜੀ 'ਚ।